ਸੰਸਾਰ ਕੀ ਹੈ? ਭਿੱਖਿਆ ਦੇ ਲਈ ਭਟਕਣਾ ਸੰਸਾਰ ਹੈ। ਤੁਸੀਂ ਗੌਰ ਕਰੋ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਮੰਗ ਰਹੇ ਹੋ, 24 ਘੰਟੇ ਮੰਗ ਜਾਰੀ ਹੈ, ਤੁਸੀਂ ਭਿਖਾਰੀ ਹੋ। ਨਾਨਕ ਕਹਿੰਦੇ ਨੇ, ਮੰਨਣ ਨਾਲ ਹੀ ਭਿੱਖਿਆ ਦੇ ਲਈ ਭਟਕਣਾ ਨਹੀਂ ਪੈਂਦਾ। ਮੰਨਣ ਨਾਲ ਹੀ ਮਨੁੱਖ ਸਮਰਾਟ ਹੋ ਜਾਂਦਾ ਹੈ, ਸ਼ਹਿਨਸ਼ਾਹ ਹੋ ਜਾਂਦਾ ਹੈ, ਬਾਦਸ਼ਾਹ ਹੋ ਜਾਂਦਾ ਹੈ। ਮੰਨਣ ਉਸ ਨੂੰ ਭਿੱਖਿਆ ਤੋਂ ਮੁਕਤ ਕਰ ਦਿੰਦਾ ਹੈ। ਮੰਨਣ ਨਾਲ ਉਹ ਮਿਲ ਜਾਂਦਾ ਹੈ ਜਿਸ ਤੋਂ ਪਾਰ ਪਾਉਣ ਨੂੰ ਕੁਝ ਨਹੀਂ ਬਚਦਾ। ਮੰਨਣ ਨਾਲ ਪਰਮਾਤਮਾ ਮਿਲ ਜਾਂਦਾ ਹੈ। ਫਿਰ ਹੋਰ ਕੀ ਮੰਗਣਾ ਹੈ? ਆਖਰੀ ਮੰਜ਼ਿਲ ਆ ਗਈ। ਹੋਰ ਅੱਗੇ ਕੁਝ ਮੰਗਣ ਨੂੰ ਕਿੱਥੇ ਹੈ? ਸਭ ਮਿਲ ਗਿਆ। ਕੁਝ ਵੀ ਬਾਕੀ ਕਿੱਥੇ ਰਹਿ ਗਿਆ? ਭਿੱਖਿਆ ਮੰਗਣ ਦੀ ਜੋ ਆਦਤ ਸੀ ਉਹ ਛੁੱਟ ਜਾਂਦੀ ਹੈ। ਸਮਾਧੀ ਮਿਲ ਗਈ, ਸਭ ਮਿਲ ਗਿਆ। ਉਸ ਨੌ ਨਿਰੰਜਨ ਨੂੰ ਪਾ ਲਿਆ। ਉਹ ਨੌ ਨਿਰੰਜਨ ਹੀ ਇਹੋ ਜਿਹੇ ਹੈ ਜੋ ਮਨਨ ਕਰਦਾ ਹੈ, ਉਸ ਦਾ ਹੀ ਮਨ ਜਾਣਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਕਿਸੇ ਵੀ ਰਾਹੀ ਤੋਂ ਇੱਕ ਨੂੰ ਖੋਜ ਲੈਣਾ। ਇੱਕ ਦੇ ਲੱਭਦੇ ਹੀ ਯਾਤਰਾ ਪੂਰੀ ਹੋ ਜਾਂਦੀ ਹੈ, ਕਿਉਂਕਿ ਇੱਕ ਨੂੰ ਗਵਾ ਕੇ ਹੀ ਸੰਸਾਰ ਸ਼ੁਰੂ ਹੁੰਦਾ ਹੈ। ਇੱਕ ਨੂੰ ਖੋਜਣ ਲਈ ਬਹੁਤ ਉਪਾਅ ਹੋ ਸਕਦੇ ਨੇ, ਕਿਉਂਕਿ ਬਹੁਤ ਪ੍ਰਕਾਰ ਨਾਲ ਇੱਕ ਖੰਡਿਤ ਹੋਇਆ ਹੈ। ਜਿਵੇਂ ਸੂਰਜ ਦੀ ਇੱਕ ਕਿਰਨ ਕੱਚ ਦੇ ਇੱਕ ਟੁਕੜੇ 'ਚੋਂ ਲੰਘਦੀ ਹੈ ਤਾਂ 7 ਟੁਕੜਿਆਂ ਵਿੱਚ ਟੁੱਟ ਜਾਂਦੀ ਹੈ। ਇੰਦਰਧਨੁਸ਼ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਜੀਵਨ ਬਹੁਤ ਸਾਰੇ ਖੰਡਾਂ ਵਿੱਚ ਟੁੱਟ ਗਿਆ ਹੈ। ਇੱਕ ਕਿਰਨ 7 ਰੰਗਾਂ ਵਿੱਚ ਟੁੱਟ ਜਾਂਦੀ ਹੈ। ਜਦ ਰੰਗ ਜੁੜੇ ਹੁੰਦੇ ਹਨ ਤਦ ਚਿੱਟਾ ਬਣਦਾ ਹੈ। ਜਦ ਰੰਗ ਟੁੱਟ ਜਾਂਦੇ ਨੇ ਤਾਂ ਵੱਖਰੇ ਵੱਖਰੇ ਰੰਗ ਬਣ ਜਾਂਦੇ ਨੇ। ਸੰਸਾਰ ਬਹੁਤ ਰੰਗੀਲਾ ਹੈ। ਪਰਮਾਤਮਾ ਸਫੇਦ ਚਾਨਣ ਹੈ। ਇੱਕ ਦਾ ਕੋਈ ਰੰਗ ਨਹੀਂ ਹੈ, ਰੰਗ ਤਾਂ ਅਨੇਕ ਦੇ ਨੇ। ਸਾਰੀਆਂ ਸਾਧਨਾਵਾਂ ਮੁੜ ਉਹਨਾਂ ਹੀ ਖੰਡਾਂ ਵਿੱਚ ਅਖੰਡ ਨੂੰ ਲੱਭਣ ਦੀ ਪ੍ਰਕਿਰਿਆ ਹੈ। ਹਿੰਦੂ ਕਹਿੰਦੇ ਹਨ ਇੱਕ, 2 ਵਿੱਚ ਟੁੱਟ ਗਿਆ, ਚੇਤਨਾ ਅਤੇ ਪਦਾਰਥ, ਮਨੁੱਖ ਅਤੇ ਕੁਦਰਤ। ਇਹਨਾਂ ਦੋਹਾਂ ਵਿੱਚੋਂ ਜੇਕਰ ਤੁਸੀਂ ਉਸ ਨੂੰ ਖੋਜ ਲਵੋ ਇੱਕ ਦੀ ਝਲਕ, ਤਾਂ ਯਾਤਰਾ ਪੂਰੀ ਹੋ ਜਾਵੇਗੀ। ਇੱਕ ਦੂਜਾ ਰਾਹ ਕਹਿੰਦਾ ਹੈ, ਇੱਕ ਤਿੰਨਾਂ ਵਿੱਚ ਟੁੱਟ ਗਿਆ, ਸਤਿਅਮ ਸ਼ਿਵਮ ਸੁੰਦਰਮ। ਤੁਸੀਂ ਸੱਤਿਆ ਵਿੱਚ ਸੁੰਦਰ ਨੂੰ ਵੇਖ ਲਓ, ਸੁੰਦਰ ਵਿੱਚ ਸੱਤਿਆ ਨੂੰ ਵੇਖ ਲਓ। ਸ਼ਿਵਮ ਵਿੱਚ ਸੁੰਦਰ ਵਿਖਾਈ ਪਵੇ, ਸੱਤਿਆ ਵਿੱਚ ਸ਼ਿਵਮ ਵਿਖਾਈ ਪਵੇ। ਇਹਨਾਂ ਤਿੰਨਾਂ ਵਿੱਚ ਤੁਹਾਨੂੰ ਇੱਕ ਦੀ ਝਲਕ ਆਉਣ ਲੱਗੇ, ਸਤਿਅਮ ਸ਼ਿਵਮ। ਸੁੰਦਰਮ ਗਵਾਚ ਜਾਵੇ, ਇੱਕ ਹੀ ਬਚੇ, ਓਕਮਕਾਰ ਸਤਨਾਮ, ਤਾਂ ਤੁਹਾਡੀ ਯਾਤਰਾ ਪੂਰੀ ਹੋ ਗਈ। ਨਾਨਕ ਕਹਿੰਦੇ ਹਨ, ਇੱਕ 5 ਵਿੱਚ ਟੁੱਟ ਗਿਆ, 5 ਇੰਦਰੀਆਂ ਦੇ ਕਾਰਨ। ਜੇਕਰ ਇਹਨਾਂ 5 ਵਿੱਚ ਤੁਸੀਂ ਇੱਕ ਨੂੰ ਲੱਭ ਲਓ ਤਾਂ ਪ੍ਰਾਪਤੀ ਹੋ ਗਈ, ਤੁਸੀਂ ਸਿੱਧ ਹੋ ਗਈ। ਇਹ ਗੱਲ ਮਹੱਤਵਪੂਰਨ ਨਹੀਂ ਕਿ ਤੁਸੀਂ ਕਿੰਨੇ ਖੰਡਾਂ ਵਿੱਚ ਤੋੜ ਕੇ ਵੇਖਦੇ ਹੋ। ਅਨੰਤ ਖੰਡ ਹੋ ਗਏ। ਮਹੱਤਵਪੂਰਨ ਗੱਲ ਇਹ ਹੈ, ਖੰਡਾਂ ਵਿੱਚੋਂ ਅਖੰਡ ਨੂੰ ਕਿਵੇਂ ਲੱਭ ਲਿਆ ਜਾਵੇ। 5 ਇੰਦਰੀਆਂ ਹਨ, ਪਰ 5 ਇੰਦਰੀਆਂ ਦੇ ਵਿਚਕਾਰ ਇੱਕ ਧਿਆਨ ਹੈ। 5 ਇੰਦਰੀਆਂ ਹਨ, ਧਿਆਨ ਇਕੱਲਾ ਹੈ। ਇਸ ਨੂੰ ਥੋੜ੍ਹਾ ਸਮਝੀਏ ਤਾਂ 5 ਇੰਦਰੀਆਂ ਦੇ ਵਿਚਕਾਰ ਇੱਕ ਦਾ ਸੂਤਰ ਹੱਥ ਆ ਜਾਵੇਗਾ। ਮਾਲਾ ਦੇ ਮਣਕੇ ਕੋਈ ਗਿਣਦਾ ਰਹੇ, ਕੁਝ ਅਰਥ ਨਹੀਂ। ਸਾਰੇ ਮਣਕੇ ਜਿਸ ਇੱਕ ਡੋਰੀ ਵਿੱਚ ਪਰੋਏ ਹਨ, ਉਸ ਨੂੰ ਜਿਹੜਾ ਫੜ ਲਵੇ ਉਸ ਨੇ ਪਰਮਾਤਮਾ ਦੀ ਸ਼ਰਨ ਲੈ ਲਈ। ਮਣਕੇ ਗਿਣਨਾ ਸੰਸਾਰ ਹੈ, ਵਿਚਕਾਰ ਪਰੋਈ ਡੋਰ ਨੂੰ ਫੜ ਲੈਣਾ ਪਰਮਾਤਮਾ ਦੀ ਪ੍ਰਾਪਤੀ ਹੈ। 5 ਇੰਦਰੀਆਂ ਹਨ, ਉਹਨਾਂ ਦੇ ਵਿਚਕਾਰ ਕੌਣ ਇੱਕ ਹੈ? ਜਦ ਤੁਸੀਂ ਅੱਖ ਨਾਲ ਵੇਖਦੇ ਹੋ ਤਾਂ ਕੌਣ ਵੇਖਦਾ ਹੈ? ਜਦ ਤੁਸੀਂ ਕੰਨ ਨਾਲ ਸੁਣਦੇ ਹੋ ਤਾਂ ਕੌਣ ਸੁਣਦਾ ਹੈ? ਜਦ ਤੁਸੀਂ ਹੱਥ ਨਾਲ ਛੂੰਹਦੇ ਹੋ ਤਾਂ ਕੌਣ ਛੂੰਹਦਾ ਹੈ? ਜਦ ਤੁਸੀਂ ਨੱਕ ਨਾਲ ਖੁਸ਼ਬੂ ਲੈਂਦੇ ਹੋ ਤਾਂ ਕਿਸ ਨੂੰ ਖੁਸ਼ਬੂ ਆਉਂਦੀ ਹੈ? ਜਦ ਤੁਸੀਂ ਸਵਾਦ ਲੈਂਦੇ ਹੋ ਤਾਂ ਕਿਸ ਨੂੰ ਸਵਾਦ ਆਉਂਦਾ ਹੈ? ਉਹ ਇੱਕ ਹੈ। ਉਸ ਨੂੰ ਨਾਨਕ ਕਹਿੰਦੇ ਨੇ, ਉਹ ਧਿਆਨੀ ਹੈ। ਇਸ ਲਈ ਅਕਸਰ ਅਜਿਹਾ ਹੋ ਜਾਂਦਾ ਹੈ ਕਿ ਤੁਸੀਂ ਭੋਜਨ ਕਰ ਰਹੇ ਹੋ ਧਿਆਨ ਦਾ। ਬਹੁਤ ਪੁਰਾਣੀ ਕਥਾ ਹੈ। ਇੱਕ ਸੰਨਿਆਸੀ ਇੱਕ ਸਮਰਾਟ ਦੇ ਦੁਆਰੇ ਆਇਆ। ਉਸ ਦੇ ਗੁਰੂ ਨੇ ਉਸ ਨੂੰ ਭੇਜਿਆ ਸੀ, ਕਿਹਾ ਸੀ
ਕਿ ਜੋ ਮੈਂ ਤੈਨੂੰ ਸਮਝਾ ਨਹੀਂ ਸਕਿਆ ਸ਼ਾਇਦ ਤੈਨੂੰ ਸਮਰਾਟ ਸਮਝਾ ਸਕੇ। ਸ਼ਿਸ਼ ਨੂੰ ਵਿਸ਼ਵਾਸ ਤਾਂ ਨਹੀਂ ਆਇਆ ਕਿ ਜਿਹੜਾ ਮੈਂ ਗੁਰੂ ਕੋਲੋਂ ਨਹੀਂ ਸਿੱਖ ਸਕਿਆ ਉਹ ਸਮਰਾਟ ਕੋਲੋਂ ਕਿਵੇਂ ਸਿੱਖਾਂਗਾ। ਪਰ ਗੁਰੂ ਨੇ ਕਿਹਾ ਤਾਂ ਆਗਿਆ ਮੰਨਣੀ ਪਈ। ਉਹ ਜਦੋਂ ਸਮਰਾਟ ਦੇ ਦਰਬਾਰ ਤੱਕ ਪੁੱਜਾ ਤਾਂ ਉੱਥੇ ਰੰਗ ਰੰਗ ਚੱਲ ਰਿਹਾ ਸੀ, ਸ਼ਰਾਬ ਪੀਤੀ ਜਾ ਰਹੀ ਸੀ, ਨਿਰਤਕੀਆਂ ਨੱਚ ਰਹੀਆਂ ਸਨ। ਤਾਂ ਉਹ ਬਹੁਤ ਦੁਖੀ ਹੋਇਆ ਕਿ ਮੈਂ ਕਿੱਥੇ ਕਿਹੜੀ ਗਲਤ ਥਾਂ ਆ ਗਿਆ। ਉਹ ਸਮਰਾਟ ਨੂੰ ਕਿਹਾ, ਮੈਂ ਵਾਪਸ ਪਰਤ ਜਾਵਾਂ, ਕਿਉਂਕਿ ਮੈਂ ਤਾਂ ਕੁਝ ਹੋਰ ਜਾਣਨ ਦੀ ਇੱਛਾ ਲੈ ਕੇ ਆਇਆ ਸੀ। ਇੱਥੇ ਤਾਂ ਤੁਸੀਂ ਆਪ ਹੀ ਗਵਾਚੇ ਹੋਏ ਹੋ, ਮੇਰੀ ਇੱਛਾ ਨੂੰ ਕੌਣ ਪੂਰੀ ਕਰੇਗਾ। ਸਮਰਾਟ ਨੇ ਕਿਹਾ, ਮੈਂ ਗਵਾਚਿਆ ਹੋਇਆ ਨਹੀਂ ਹਾਂ, ਤੁਸੀਂ ਥੋੜ੍ਹੀ ਦੇਰ ਰੁਕੋ ਤਾਂ ਹੀ ਤੁਹਾਡੀ ਸਮਝ ਵਿੱਚ ਆ ਸਕੇਗਾ। ਬਾਹਰੋਂ ਵੇਖ ਕੇ ਗਏ ਤਾਂ ਵਿਅਰਥ ਹੀ ਮੁੜ ਗਏ, ਅੰਦਰ ਵੇਖੋਗੇ ਸ਼ਾਇਦ ਸੂਤਰ ਮਿਲ ਜਾਵੇ। ਗੁਰੂ ਨੇ ਸੋਚ ਕੇ ਹੀ ਭੇਜਿਆ ਸੀ, ਸੂਤਰ ਤਾਂ ਅੰਦਰ ਹੈ, ਇੰਦਰੀਆਂ ਵਿੱਚ ਤਾਂ ਸੂਤਰ ਨਹੀਂ ਹੈ। ਇੰਦਰੀਆਂ ਦੇ ਅੰਦਰ ਜਿਹੜਾ ਲੁਕਿਆ ਹੋਇਆ ਉੱਥੇ ਸੂਤਰ ਹੈ। ਪਰ ਸਮਰਾਟ ਨੇ ਕਿਹਾ, ਹੁਣ ਆ ਗਏ ਤਾਂ ਰਾਤ ਰੁਕ ਜਾਵੋ। ਰਾਤ ਬਹੁਤ ਸੁੰਦਰ ਬਿਸਤਰ ਉੱਤੇ ਸੰਨਿਆਸੀ ਨੂੰ ਸਵਾਇਆ। ਸਭ ਤੋਂ ਵਧੀਆ ਭਵਨ 'ਚ ਜੋ ਕਮਰਾ ਸੀ ਉਸ 'ਚ ਸਵਾਇਆ। ਪਰ ਇੱਕ ਨੰਗੀ ਤਲਵਾਰ ਸੂਤ ਦੇ ਧਾਗੇ ਨਾਲ ਉੱਪਰ ਲਟਕਾ ਦਿੱਤੀ। ਸਾਰੀ ਰਾਤ ਸੰਨਿਆਸੀ ਸੌਂ ਨਾ ਸਕਿਆ, ਜਾਗਦਾ ਹੀ ਰਿਹਾ, ਨੀਂਦ ਆਵੇ ਹੀ ਨਾ। ਪਾਸਾ ਵੀ ਪਰਤੇ ਪਰ ਧਿਆਨ ਤਲਵਾਰ ਉੱਤੇ ਟਿਕਿਆ ਰਿਹਾ। ਪਤਾ ਨਹੀਂ ਕਦੋਂ ਟੁੱਟ ਕੇ ਡਿੱਗ ਜਾਵੇ। ਕੱਚੇ ਧਾਗੇ ਨਾਲ ਲਟਕਦੀ ਤਲਵਾਰ ਕਦੋਂ ਛਾਤੀ ਵਿੱਚ ਖੁੱਭ ਜਾਵੇ। ਸਮਰਾਟ ਨੇ ਵੀ ਚੰਗਾ ਮਖੌਲ ਕੀਤਾ, ਇੰਨਾ ਚੰਗਾ ਸੌਣ ਦਾ ਪ੍ਰਬੰਧ ਕੀਤਾ ਪਰ ਉੱਪਰ ਤਲਵਾਰ ਲਟਕਾ ਦਿੱਤੀ। ਸਵੇਰੇ ਸਮਰਾਟ ਨੇ ਪੁੱਛਿਆ ਕਿ ਚੰਗੀ ਤਰ੍ਹਾਂ ਸੁੱਤੇ ਤਾਂ ਨਹੀਂ। ਸੰਨਿਆਸੀ ਨੇ ਕਿਹਾ, ਸੌਣ ਦਾ ਪ੍ਰਬੰਧ ਤਾਂ ਸਾਰਾ ਠੀਕ ਸੀ, ਇਸ ਤੋਂ ਚੰਗਾ ਪ੍ਰਬੰਧ ਨਹੀਂ ਹੋ ਸਕਦਾ। ਪਰ ਇਹ ਕੀ ਮਜ਼ਾਕ ਸੀ ਕਿ ਸਿਰ 'ਤੇ ਤਲਵਾਰ ਲਟਕਾ ਦਿੱਤੀ। ਮੈਂ ਸੌਂ ਨਹੀਂ ਸਕਿਆ, ਧਿਆਨ ਤਾਂ ਉੱਥੇ ਹੀ ਰਿਹਾ। ਸਮਰਾਟ ਨੇ ਕਿਹਾ, ਇਸੇ ਤਰ੍ਹਾਂ ਮੌਤ ਦੀ ਤਲਵਾਰ ਮੇਰੇ ਉੱਤੇ ਲਟਕ ਰਹੀ ਹੈ, ਮੇਰਾ ਵੀ ਧਿਆਨ ਉੱਥੇ ਹੀ ਲੱਗਾ ਰਹਿੰਦਾ ਹੈ। ਨਿਰਤਕੀ ਨੱਚਦੀ ਹੈ, ਮੈਂ ਨਾਚ ਵਿੱਚ ਨਹੀਂ ਹਾਂ। ਸ਼ਰਾਬ ਪੀਤੀ ਜਾ ਰਹੀ ਹੈ, ਮੈਂ ਸ਼ਰਾਬ ਵਿੱਚ ਨਹੀਂ ਹਾਂ। ਸੁਆਦਲੇ ਭੋਜਨ ਕਰਦਾ ਹਾਂ, ਮੈਂ ਸੁਆਦ ਵਿੱਚ ਨਹੀਂ ਹਾਂ, ਕਿਉਂਕਿ ਮੇਰੇ ਉੱਤੇ ਮੌਤ ਦੀ ਤਲਵਾਰ ਲਟਕ ਰਹੀ ਹੈ। ਮੇਰਾ ਧਿਆਨ ਤਾਂ ਉਸੇ ਵਿੱਚ ਹੈ। 5 ਇੰਦਰੀਆਂ ਤੁਹਾਡੇ ਜੀਵਨ ਦਾ ਦੁਆਰ ਹੈ, ਇਸ ਨਾਲ ਤੁਸੀਂ ਜੀਵਨ ਵਿੱਚ ਪ੍ਰਵੇਸ਼ ਕਰਦੇ ਹੋ। ਉਹਨਾਂ ਤੋਂ ਬਿਨਾਂ ਤੁਹਾਡੇ ਜੀਵਨ ਨਾਲ ਸੰਬੰਧ ਨਹੀਂ ਹੋ ਸਕਦਾ। ਪਰ ਜਿੰਨਾ ਤੁਸੀਂ ਉਹਨਾਂ ਦੇ ਅੰਦਰ ਪ੍ਰਵੇਸ਼ ਕਰਦੇ ਹੋ ਓਨਾ ਹੀ ਤੁਸੀਂ ਆਪਣੇ ਕੋਲੋਂ ਦੂਰ ਨਿਕਲ ਜਾਂਦੇ ਹੋ। ਹਰ ਇੰਦਰੀ ਦੇ ਅੰਦਰ ਲੁਕਿਆ ਹੋਇਆ ਧਿਆਨ, ਕਿਉਂਕਿ ਇੰਦਰੀਆਂ ਜਦੋਂ ਬਾਹਰ ਜਾਂਦੀਆਂ ਨੇ ਤੁਹਾਡਾ ਧਿਆਨ ਬਾਹਰ ਜਾਂਦਾ ਹੈ, ਉਹ ਧਿਆਨ ਦੇ ਬਾਹਰ ਜਾਣ ਦਾ ਰਾਹ ਹੈ। ਇਸ ਲਈ ਅਕਸਰ ਅਜਿਹਾ ਹੋ ਜਾਵੇਗਾ ਕਿ ਜੇਕਰ ਤੁਹਾਡਾ ਧਿਆਨ ਇੱਕ ਇੰਦਰੀ ਤੋਂ ਹਟ ਗਿਆ ਹੋਵੇ ਤਾਂ ਦੂਜੀਆਂ ਇੰਦਰੀਆਂ ਦਾ ਤੁਹਾਨੂੰ ਪਤਾ ਨਹੀਂ ਲੱਗੇਗਾ, ਕਿਉਂਕਿ ਇੰਦਰੀਆਂ ਨਾਲ ਪਤਾ ਨਹੀਂ ਲੱਗਦਾ, ਧਿਆਨ ਨਾਲ ਪਤਾ ਲੱਗਦਾ ਹੈ। ਬਹੁਤ ਕੇਵਲ ਧਿਆਨ ਹੈ। ਸਮਝੋ ਕਿ ਤੁਹਾਡੇ ਪੈਰ ਵਿੱਚ ਕੰਡਾ ਚੁਭਿਆ ਹੈ, ਬਹੁਤ ਤਕਲੀਫ ਹੋ ਰਹੀ ਹੈ। ਤੁਸੀਂ ਸਵਾਦਲਾ ਭੋਜਨ ਕਰ ਰਹੇ ਹੋ ਪਰ ਸਵਾਦ ਦਾ ਪਤਾ ਨਹੀਂ ਲੱਗੇਗਾ, ਕਿਉਂਕਿ ਤਕਲੀਫ ਇੰਨੀ ਹੈ, ਕਿਉਂਕਿ ਧਿਆਨ ਤਾਂ ਉੱਥੇ ਵਗ ਰਿਹਾ ਹੈ। ਤੁਸੀਂ ਰਾਹ ਤੋਂ ਤੁਰੇ ਆ ਰਹੇ ਹੋ, ਚਾਰੇ ਪਾਸੇ ਸੁੰਦਰ ਇਸਤਰੀਆਂ ਨੇ, ਮਨੁੱਖ ਲੰਘ ਰਹੇ ਨੇ, ਪਰ ਅੱਜ ਤੁਹਾਨੂੰ ਕੋਈ ਸੁੰਦਰਤਾ ਦਾ ਪਤਾ ਨਹੀਂ ਲੱਗਦਾ, ਕਿਉਂਕਿ ਹੁਣੇ ਖਬਰ ਮਿਲੀ ਹੈ ਕਿ ਘਰ ਵਿੱਚ ਅੱਗ ਲੱਗ ਗਈ ਹੈ। ਤੁਸੀਂ ਭੱਜਦੇ ਹੋਏ ਆ ਰਹੇ ਹੋ, ਕੋਈ ਸਤਿ ਸ਼੍ਰੀ ਅਕਾਲ ਕਹਿੰਦਾ ਸੁਣਾਈ ਨਹੀਂ ਪੈਂਦਾ, ਕਿਸੇ ਨੂੰ ਧੱਕਾ ਲੱਗ ਜਾਂਦਾ ਹੈ, ਮਾਫੀ ਮੰਗਣਾ ਯਾਦ ਨਹੀਂ ਆਉਂਦਾ, ਕੌਣ ਲੰਘ ਰਿਹਾ, ਦੁਕਾਨ ਉੱਤੇ ਕੀ ਹੋ ਰਿਹਾ ਹੈ, ਲੋਕ ਕੀ ਚਰਚਾ ਕਰ ਰਹੇ ਨੇ, ਅੱਜ ਕੋਈ ਉਤਸੁਕਤਾ ਨਹੀਂ। ਮਕਾਨ ਵਿੱਚ ਅੱਗ ਲੱਗੀ ਹੈ, ਤੁਹਾਡਾ ਧਿਆਨ ਉਸੇ ਪਾਸੇ ਹੈ। ਕੰਨ ਸੁਣਨਗੇ ਫਿਰ ਵੀ ਨਹੀਂ ਸੁਣਨਗੇ, ਹੱਥ ਕਿਸੇ ਨੂੰ ਛੂਹ ਲਵੇਗਾ ਫਿਰ ਵੀ ਨਹੀਂ ਛੂਹੇਗਾ। ਇਹੋ ਜਿਹੇ ਵੇਲੇ ਕੋਈ ਸੁਆਦਲੇ ਤੋਂ ਸੁਆਦਲਾ ਭੋਜਨ ਤੁਹਾਨੂੰ ਦੇ ਦੇਵੇ ਤਾਂ ਵੀ ਸਵਾਦ ਨਹੀਂ ਆਵੇਗਾ, ਕਿਉਂਕਿ ਇੰਦਰੀਆਂ ਬਿਨਾਂ ਧਿਆਨ ਤੋਂ ਕੁਝ ਵੀ ਅਨੁਭਵ ਨਹੀਂ ਕਰ ਸਕਦੀਆਂ। ਇੰਦਰੀਆਂ ਦਾ ਸਾਰਾ ਅਨੁਭਵ ਤਾਂ ਧਿਆਨ ਉੱਤੇ ਨਿਰਭਰ ਹੈ। ਤੁਸੀਂ ਹਰ ਇੰਦਰੀ ਵਿੱਚ ਧਿਆਨ ਨੂੰ ਪਾਉਂਦੇ ਹੋ, ਤਦੇ ਇੰਦਰੀਆਂ
ਸਕ੍ਰਿਆ ਹੋ ਕੇ ਸੂਖਮ ਹੋ ਪਾਉਂਦੀਆਂ ਨੇ। ਜੇਕਰ ਇਹਨਾਂ 5 ਇੰਦਰੀਆਂ ਤੋਂ ਧਿਆਨ ਆਪਣੇ ਵੱਲ ਨੂੰ ਖਿੱਚ ਲਵੋ ਤਾਂ 5 ਗਵਾਚ ਜਾਣਗੇ, ਇੱਕ ਬਚੇਗਾ। ਉਸੇ ਇੱਕ ਦੀ ਭਾਲ ਹੈ। ਤਾਂ ਨਾਨਕ ਇਸ ਸੂਤਰ ਵਿੱਚ ਇਹਨਾਂ 5 ਤੋਂ ਹਟ ਕੇ ਇੱਕ ਉੱਤੇ ਕਿਵੇਂ ਪੁੱਜਿਆ ਜਾਵੇ ਇਸ ਦੀ ਪ੍ਰਕਿਰਿਆ ਦਾ ਉਲੇਖ ਕਰ ਰਹੇ ਨੇ। ਹੁਣ ਇਸ ਸੂਤਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। 5 ਪ੍ਰਮਾਣ ਹੁੰਦੇ ਨੇ, 5 ਹੀ ਪ੍ਰਧਾਨ ਹੁੰਦੇ ਨੇ। 5 ਦਾ ਹੀ ਉਸੇ ਦਾ ਦਰਬਾਰ ਉੱਤੇ ਮਾਨ ਸਤਿਕਾਰ ਹੁੰਦਾ। 5 ਹੀ ਰਾਜੇ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਨੇ। 5 ਦਾ ਇੱਕ ਧਿਆਨ ਹੀ ਗੁਰੂ ਹੁੰਦਾ। 5 ਪ੍ਰਵਾਨ 5 ਪ੍ਰਧਾਨ, ਪੰਚੈ ਪਾਵੈ ਦਰਗਾਹ ਮਾਨ, ਪੰਚੈ ਸੋਧਾ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। 5 ਦਾ ਗੁਰੂ ਇੱਕ ਹੈ, ਉਹ ਹੈ ਧਿਆਨ। ਜੇਕਰ ਤੁਸੀਂ 5 ਵਿੱਚ ਖਿਲਰੇ ਰਹੋ ਤਾਂ ਭਟਕ ਜਾਓਗੇ। ਜੇਕਰ ਤੁਸੀਂ ਇੱਕ ਨੂੰ ਫੜ ਲਿਆ ਤਾਂ ਤੁਸੀਂ ਉਪਲਬਧ ਹੋ ਜਾਓਗੇ, ਸਫਲ ਹੋ ਜਾਓਗੇ। ਕਬੀਰ ਨੇ ਇੱਕ ਪਦ ਕਿਹਾ ਹੈ, ਰਾਹ ਤੁਰਦੇ ਇੱਕ ਇਸਤਰੀ ਨੂੰ ਚੱਕੀ ਪੀਂਦੇ ਕਬੀਰ ਨੇ ਵੇਖਿਆ, ਕਿਹਾ 2 ਪਾਟਨ ਕੇ ਬੀਚ ਮੇਂ ਸਾਬਤ ਬਚਾ ਨਾ ਕੋਈ। ਇਹ 2 ਜਿਹੜੇ ਪਾਠ ਹਨ, ਪੁੜ ਹਨ, ਇਹਨਾਂ ਦੇ ਵਿਚਕਾਰ ਜਿਹੜਾ ਵੀ ਪੈ ਗਿਆ ਉਹ ਪਿਸ ਗਿਆ। ਕਬੀਰ ਆਪਣੇ ਚੇਲਿਆਂ ਨੂੰ ਕਹਿ ਰਹੇ ਨੇ, ਇਸ ਤਰ੍ਹਾਂ ਹੀ ਦਵੈਤ ਦੀ ਚੱਕੀ ਦੇ ਵਿਚਕਾਰ ਜਿਹੜਾ ਪੈ ਗਿਆ ਉਹ ਪਿਸ ਗਿਆ, ਉਹ ਨਾ ਬਚ ਸਕਿਆ। ਕਬੀਰ ਦੇ ਪੁੱਤਰ ਨੇ ਕਿਹਾ, ਪਰ ਇਸ ਚੱਕੀ ਦੇ ਵਿਚਾਲੇ ਇੱਕ ਚੀਜ਼ ਹੋਰ ਹੈ। ਇਸ ਦੇ ਵਿਚਾਲੇ ਇੱਕ ਕਿੱਲੀ ਹੈ, ਜਿਸ ਨੇ ਉਸ ਦਾ ਸਹਾਰਾ ਲੈ ਲਿਆ, ਉਸ ਦੇ ਸੰਬੰਧ ਵਿੱਚ ਕੁਝ ਕਹੋ। ਤਾਂ ਕਬੀਰ ਨੇ ਦੂਜੇ ਪਦ ਵਿੱਚ ਕਿੱਲੀ ਦਾ ਸਿਮਰਨ ਕੀਤਾ ਹੈ, ਕਿਹਾ ਕਿ 2 ਪੁੜਾਂ ਦੇ ਵਿਚਕਾਰ ਜੋ ਪੈ ਗਿਆ ਉਹ ਨਹੀਂ ਬਚਿਆ, ਪਰ ਜਿਸ ਨੇ ਉਹਨਾਂ ਦੋਹਾਂ ਦੇ ਵਿਚਾਲੇ ਉਸ ਇੱਕ ਦਾ ਸਹਾਰਾ ਲੈ ਲਿਆ, ਉਸ ਨੂੰ ਫਿਰ ਕੋਈ ਨਹੀਂ ਮਿਟਾ ਸਕਦਾ। ਚੱਕੀ ਵਿੱਚ ਵੀ ਜਿਹੜਾ ਕਣਕ ਦਾ ਦਾਣਾ ਕਿੱਲੀ ਦਾ ਸਹਾਰਾ ਲੈ ਲੈਂਦਾ, ਉਸ ਨੂੰ 2 ਪਿੜ ਵੀ ਨਹੀਂ ਪੀ ਸਕਦੇ। ਤਾਂ ਚਾਹੇ 2 ਕਹੋ, ਚਾਹੇ 3 ਕਹੋ, ਚਾਹੇ 5 ਕਹੋ, ਚਾਹੇ 9 ਕਹੋ, ਚਾਹੇ ਅਨੰਤ ਕਹੋ, ਅਨੇਕ ਕਹੋ, ਉਹਨੂੰ ਕੋਈ ਵੀ ਨਹੀਂ ਪੀ ਸਕਦਾ। ਭਟਕਣ ਦੇ ਨਾਂ ਬਹੁਤ ਹੋ ਸਕਦੇ ਨੇ, ਪੁੱਜਣ ਦਾ ਨਾਂ ਇੱਕ ਹੈ। ਫਿਰ ਤੁਸੀਂ ਜੋ ਵੀ ਭਟਕਾਵ ਚੁਣੋਗੇ ਉਹਨਾਂ ਵਿੱਚੋਂ ਦੀ ਲੰਘਣ ਦੀ ਪ੍ਰਕਿਰਿਆਵਾਂ ਵੱਖ-ਵੱਖ ਹੋ ਸਕਦੀਆਂ ਨੇ। ਜੇਕਰ ਨਾਨਕ ਦੀ ਇਸ ਪ੍ਰਕਿਰਿਆ ਨੂੰ ਸਮਝਣਾ ਹੋਵੇ ਤਾਂ ਇਸ ਦਾ ਅਰਥ ਹੋਇਆ ਕਿ ਤੁਸੀਂ ਜਦ ਭੋਜਨ ਕਰਦੇ ਹੋ ਤਦ ਧਿਆਨ ਉੱਤੇ ਧਿਆਨ ਦੇਣਾ। ਭੋਜਨ ਅੰਦਰ ਜਾ ਰਿਹਾ ਹੈ, ਸਵਾਦ ਨਿਰਮਿਤ ਹੋ ਰਿਹਾ ਹੈ, ਤੁਸੀਂ ਪੂਰੇ ਧਿਆਨ ਨਾਲ ਇਸ ਸਵਾਦ ਨੂੰ ਲੈਣਾ। ਜੇਕਰ ਤੁਸੀਂ ਪੂਰੇ ਧਿਆਨ ਨਾਲ ਇਹ ਸਵਾਦ ਲਿਆ ਤਾਂ ਥੋੜ੍ਹੀ ਜਿਹੀ ਦੇਰ ਵਿੱਚ ਵੀ ਤੁਸੀਂ ਪਾਓਗੇ ਕਿ ਸਵਾਦ ਗਵਾਚ ਗਿਆ, ਧਿਆਨ ਹੱਥ ਵਿੱਚ ਆ ਗਿਆ। ਕਿਉਂਕਿ ਧਿਆਨ ਬਹੁਤ ਥਰਕਦੀ ਹੋਈ ਅੱਗ ਹੈ, ਸਵਾਦ ਤਾਂ ਸੜ ਕੇ ਸਵਾਹ ਹੋ ਜਾਵੇਗਾ, ਧਿਆਨ ਹੱਥ ਵਿੱਚ ਰਹਿ ਜਾਏਗਾ। ਤੁਸੀਂ ਇੱਕ ਸੁੰਦਰ ਫੁੱਲ ਨੂੰ ਵੇਖ ਰਹੇ ਹੋ, ਧਿਆਨ ਨਾਲ ਵੇਖਣਾ, ਥੋੜ੍ਹੀ ਜਿਹੀ ਦੇਰ ਵਿੱਚ ਪਾਓਗੇ ਫੁੱਲ ਤਾਂ ਗਵਾਚ ਗਿਆ, ਧਿਆਨ ਹੱਥ ਵਿੱਚ ਰਹਿ ਗਿਆ। ਕਿਉਂਕਿ ਫੁੱਲ ਤਾਂ ਸੁਪਨੇ ਵਾਂਗ ਹੈ, ਧਿਆਨ ਹਮੇਸ਼ਾ ਰਹਿਣ ਵਾਲਾ ਹੈ। ਜੇਕਰ ਤੁਸੀਂ ਗੌਰ ਨਾਲ ਇੱਕ ਸੁੰਦਰ ਇਸਤਰੀ ਨੂੰ ਵੇਖਿਆ, ਗੌਰ ਨਾਲ ਵੇਖਦੇ ਰਹੇ, ਧਿਆਨ ਦਿੱਤਾ, ਵਿਚਾਰਾਂ ਵਿੱਚ ਨਾ ਭਟਕ ਗਏ ਤਾਂ ਤੁਸੀਂ ਪਾਓਗੇ ਇਸਤਰੀ ਤਾਂ ਗਵਾਚ ਗਈ। ਜਿਵੇਂ ਪਾਣੀ ਉੱਤੇ ਬਣੀ ਇੱਕ ਲਹਿਰ, ਧਿਆਨ ਹੱਥ ਵਿੱਚ ਰਹਿ ਜਾਏਗਾ। ਹਰ ਇੰਦਰੀ ਵਿੱਚ ਜੇਕਰ ਤੁਸੀਂ ਸਾਵਧਾਨੀ ਵਰਤੀ ਤਾਂ ਤੁਸੀਂ ਪਾਓਗੇ ਇੰਦਰੀ ਦੇ ਰੂਪ ਵਿੱਚ ਸਭ ਕੁਝ ਗਵਾਚ ਜਾਂਦਾ, ਨਿਰੂਪ ਅਰੂਪ ਧਿਆਨ ਹੱਥ ਵਿੱਚ ਰਹਿ ਜਾਂਦਾ। ਉਸ ਧਿਆਨ ਨੂੰ ਜਿਸ ਨੇ ਵੀ ਫੜ ਲਿਆ ਫਿਰ ਉਸ ਨੂੰ ਮਿਟਾਉਣ ਵਾਲਾ ਕੋਈ ਨਹੀਂ। ਤਾਂ ਨਾਨਕ ਕਹਿੰਦੇ ਨੇ ਇਹਨਾਂ 5 ਇੰਦਰੀਆਂ ਦਾ ਇੱਕ ਗੁਰੂ ਆ, ਉਹ ਹੈ ਧਿਆਨ। ਉਸੇ ਧਿਆਨ ਵਿੱਚ 5 ਇੰਦਰੀਆਂ ਆਪਣੇ ਪਾਣੀ ਨੂੰ ਪਾਉਂਦੀਆਂ ਹਨ। ਇਸ ਲਈ ਤਾਂ ਮਹੱਤਵਪੂਰਨ ਘਟਨਾ ਮਨਸਵਿਦ ਅਧਿਐਨ ਕਰਦੇ ਨੇ ਉਹ ਇਹ ਹੈ ਕਿ ਅੱਖ ਵੇਖਦੀ ਹੈ, ਕੰਨ ਸੁਣਦੇ ਨੇ, ਹੱਥ ਛੂਹਦੇ ਨੇ, ਨੱਕ ਸੁਗੰਧ ਲੈਂਦਾ। ਨਾ ਤਾਂ ਅੱਖ ਸੁਣ ਸਕਦੀ ਹੈ, ਨਾ ਕੰਨ ਵੇਖ ਸਕਦੇ ਹੈ। ਫਿਰ ਇਹਨਾਂ ਸਾਰਿਆਂ ਨੂੰ ਜੋੜਦਾ ਕੌਣ ਹੈ? ਮੈਂ ਬੋਲ ਰਹੀ ਹਾਂ, ਤੁਸੀਂ ਮੈਨੂੰ ਵੇਖ ਰਹੇ ਹੋ, ਕੰਨਾਂ ਨਾਲ ਤੁਸੀਂ ਸੁਣ ਰਹੇ ਹੋ, ਅੱਖਾਂ ਨਾਲ ਤੁਸੀਂ ਵੇਖ ਰਹੇ ਹੋ, ਪਰ ਤੁਸੀਂ ਇਹ ਕਿਵੇਂ ਪੱਕਾ ਕਰ ਸਕਦੇ ਹੋ ਕਿ ਜਿਸ ਮਨੁੱਖ ਨੂੰ ਤੁਸੀਂ ਵੇਖ ਰਹੇ ਹੋ ਉਹੀ ਬੋਲ ਰਿਹਾ? ਅੱਖ ਅਤੇ ਕੰਨ ਤਾਂ ਵੱਖਰੇ ਵੱਖਰੇ ਹਨ। ਇੱਕ ਖਬਰ ਦਿੰਦਾ ਕਿ ਆਵਾਜ਼ ਆ ਰਹੀ ਹੈ, ਇੱਕ ਖਬਰ ਦਿੰਦਾ ਕੋਈ ਵਿਖਾਈ ਦੇ ਰਿਹਾ, ਪਰ ਤੁਸੀਂ ਦੋਹਾਂ ਨੂੰ ਜੋੜ ਕਿਵੇਂ ਲੈਂਦੇ ਹੋ?
ਕੌਣ ਜੋੜਦਾ ਦੋਹਾਂ ਨੂੰ? ਜਿਸ ਨੂੰ ਅਸੀਂ ਵੇਖ ਰਹੇ ਹਾਂ ਕਿ ਉਹੀ ਬੋਲ ਰਿਹਾ ਹੈ। ਜ਼ਰੂਰ ਤੁਹਾਡੀਆਂ ਦੋ ਇੰਦਰੀਆਂ ਦੇ ਪਿੱਛੇ ਕੋਈ ਇੱਕ ਥਾਂ ਹੋਣੀ ਚਾਹੀਦੀ ਹੈ ਜਿੱਥੇ ਸਾਰੀਆਂ ਇੰਦਰੀਆਂ ਆਪਣੇ ਅਨੁਭਵ ਨੂੰ ਇਕੱਠਾ ਕਰ ਲੈਂਦੀਆਂ। ਅੱਖ ਵੀ ਉੱਥੇ ਹੀ ਪਾ ਲੈਂਦੀ ਹੈ ਨਜ਼ਾਰੇ ਨੂੰ, ਕੰਨ ਵੀ ਉੱਥੇ ਹੀ ਸੁਣ ਲੈਂਦਾ ਸ਼ਬਦਾਂ ਨੂੰ, ਨੱਕ ਵੀ ਪਾ ਲੈਂਦਾ ਉੱਥੇ ਹੀ ਸੁਗੰਧ ਨੂੰ, ਹੱਥ ਵੀ ਉੱਥੇ ਹੀ ਪਾ ਲੈਂਦੇ ਸਪਰਸ਼ ਨੂੰ। ਸਾਰੀਆਂ ਇੰਦਰੀਆਂ ਆਪਣੇ ਅਨੁਭਵ ਨੂੰ ਇੱਕੋ ਬਿੰਦੂ ਉੱਤੇ ਪਾ ਲੈਂਦੀਆਂ ਨੇ। ਉਹੀ ਬਿੰਦੂ ਧਿਆਨ ਹੈ, ਉੱਥੇ ਹੀ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਤੁਸੀਂ ਅਨੁਭਵ ਕਰ ਪਾਉਂਦੇ ਹੋ। ਨਹੀਂ ਤਾਂ ਜੀਵਨ ਪਾਗਲਾਂ ਵਰਗਾ ਹੋ ਜਾਵੇਗਾ। ਤੁਹਾਨੂੰ ਪਤਾ ਹੀ ਨਹੀਂ ਲੱਗੇ ਕਿ ਤੁਸੀਂ ਜਿਸ ਨੂੰ ਵੇਖ ਰਹੇ ਹੋ ਉਹੀ ਬੋਲ ਰਿਹਾ ਹੈ, ਜਿਸ ਨੂੰ ਤੁਸੀਂ ਸੁਣ ਰਹੇ ਹੋ ਉਸੇ ਦੇ ਸਰੀਰ ਵਿੱਚੋਂ ਗੰਧ ਆ ਰਹੀ ਹੈ। ਤੁਸੀਂ ਪੰਡਤ ਹੋ ਜਾਓਗੇ। ਪੰਜਾਂ ਨੂੰ ਜੋੜਨ ਵਾਲਾ ਚਾਹੀਦਾ ਹੈ। ਇਹ ਪੰਜੇ ਰਾਹ ਕਿਸੇ ਇੱਕ ਥਾਂ ਉੱਤੇ ਜਾ ਕੇ ਮਿਲਦੇ ਹਨ। ਇਹਨਾਂ ਪੰਜਾਂ ਦਾ ਅਨੁਭਵ ਇਕੱਠਾ ਹੋ ਜਾਂਦਾ ਹੈ। ਉਸ ਥਾਂ ਦਾ ਨਾਂ ਹੈ ਧਿਆਨ। ਨਾਨਕ ਕਹਿੰਦੇ ਨੇ ਧਿਆਨ ਪੰਜਾਂ ਦਾ ਗੁਰੂ ਹੈ। ਪੰਜ ਦਾ ਇੱਕ ਧਿਆਨ ਹੀ ਗੁਰੂ ਹੁੰਦਾ ਹੈ। ਇਹ ਪੰਜੇ ਤਾਂ ਚੇਲੇ ਨੇ, ਪਰ ਤੁਸੀਂ ਚੇਲਿਆਂ ਨੂੰ ਗੁਰੂ ਬਣਾ ਲਿਆ। ਗੁਰੂ ਨੂੰ ਤੁਸੀਂ ਬਿਲਕੁਲ ਭੁੱਲ ਗਏ ਹੋ। ਤੁਸੀਂ ਨੌਕਰਾਂ ਚਾਕਰਾਂ ਨੂੰ ਮਾਲਕ ਬਣਾ ਲਿਆ। ਮਾਲਕ ਦੀ ਤੁਹਾਨੂੰ ਯਾਦ ਨਹੀਂ ਰਹੀ। ਤੁਸੀਂ ਇੰਦਰੀਆਂ ਨੂੰ ਮੰਨ ਕੇ ਤੁਰਦੇ ਹੋ, ਧਿਆਨ ਕੋਲੋਂ ਤੁਸੀਂ ਪੁੱਛਦੇ ਹੀ ਨਹੀਂ। ਤੁਹਾਨੂੰ ਇਸ ਗੱਲ ਦਾ ਖਿਆਲ ਹੀ ਭੁੱਲ ਗਿਆ ਕਿ ਇੰਦਰੀਆਂ ਤਾਂ ਉੱਪਰ ਹਨ, ਡੂੰਘਾਈ ਵਿੱਚ ਕੌਣ ਲੁਕਿਆ? ਇੰਦਰੀਆਂ ਤਾਂ ਧਿਆਨ ਦਾ ਹੀ ਪਸਾਰਾ ਹੈ। ਇੰਦਰੀਆਂ ਦਾ ਰਾਹੀ ਧਿਆਨ ਹੀ ਜਗਤ ਵਿੱਚ ਜਾ ਰਿਹਾ ਹੈ। ਜੇਕਰ ਤੁਸੀਂ ਜੀਵਨ ਨੂੰ ਸੁਚਾਰੂ ਰੂਪ ਨਾਲ ਚਲਾਉਣਾ ਚਾਹੁੰਦੇ ਹੋ ਤਾਂ ਇੰਦਰੀਆਂ ਦੀ ਜ਼ਰਾ ਨਾ ਸੁਣਨਾ, ਕਿਉਂਕਿ ਇੰਦਰੀਆਂ ਤਾਂ ਅਧੂਰੀਆਂ ਹਨ। ਅੱਖ ਨੂੰ ਅੱਖ ਦਾ ਪਤਾ ਹੈ, ਕੰਨ ਨੂੰ ਕੰਨ ਦਾ ਪਤਾ ਹੈ, ਮੂੰਹ ਨੂੰ ਮੂੰਹ ਦਾ ਪਤਾ ਹੈ। ਤੁਸੀਂ ਉਹਨਾਂ ਨੂੰ ਮੰਨ ਕੇ ਤੁਰੋਗੇ ਤਾਂ ਮੁਸ਼ਕਲ ਵਿੱਚ ਪੈ ਜਾਓਗੇ। ਅਕਸਰ ਤੁਸੀਂ ਪਾਓਗੇ ਕਿ ਲੋਕਾਂ ਨੇ ਇੰਦਰੀਆਂ ਦੀ ਮੰਨ ਲਈ ਹੈ। ਤੁਸੀਂ ਹਰ ਆਦਮੀ ਵਿੱਚ ਕਿਸੇ ਨਾ ਕਿਸੇ ਇੱਕ ਇੰਦਰੀ ਦੀ ਪ੍ਰਧਾਨਤਾ ਪਾਓਗੇ, ਜਿਸ ਦੀ ਉਸ ਨੇ ਗੁਲਾਮੀ ਕਰ ਲਈ ਹੈ। ਕੋਈ ਹੈ ਜਿਹੜਾ ਸਵਾਦ ਦਾ ਦੀਵਾਨਾ ਹੈ, ਬਸ ਉਸ ਨੂੰ ਭੋਜਨ ਹੀ ਭੋਜਨ ਚਾਹੀਦਾ ਹੈ, ਉਸ ਨੂੰ ਹੋਰ ਕੁਝ ਸੁਝਦਾ ਹੀ ਨਹੀਂ, ਉਹ ਖਾਈ ਚਲਾ ਜਾਂਦਾ ਹੈ। ਕੋਈ ਹੈ ਕਾਮ ਵਾਸ਼ਨਾ ਦਾ ਦੀਵਾਨਾ ਹੈ, ਉਸ ਨੂੰ ਇਕੱਲਾ ਕਾਮ ਚਾਹੀਦਾ, ਇਸਤਰੀਆਂ ਚਾਹੀਦੀਆਂ ਨੇ। ਇੱਕ ਸਮਰਾਟ ਹੋਇਆ ਨੀਰੋ, ਉਸ ਨੇ ਡਾਕਟਰ ਰੱਖੇ ਹੋਏ ਸੀ, ਕਿਉਂਕਿ ਇੱਕ ਵਾਰੀ ਖਾਣ ਨਾਲ ਉਹਦਾ ਮਨ ਨਹੀਂ ਭਰਦਾ ਸੀ। ਦਿਨ ਵਿੱਚ 2 ਵਾਰੀ ਖਾਣ ਨਾਲ ਵੀ ਮਨ ਨਹੀਂ ਭਰਦਾ ਸੀ। 3 ਵਾਰੀ ਖਾਣ ਨਾਲ ਵੀ ਤ੍ਰਿਪਤੀ ਨਹੀਂ ਹੁੰਦੀ ਸੀ। 4 ਵਾਰੀ ਨਾਲ ਵੀ ਨਹੀਂ ਹੁੰਦੀ ਸੀ। ਉਹ ਚਾਹੁੰਦਾ ਸੀ ਕਿ 24 ਘੰਟੇ ਭੋਜਨ ਹੀ ਕਰਦਾ ਰਹਾਂ, ਬਸ ਸਵਾਦ ਹੀ ਸਵਾਦ ਸਭ ਕੁਝ ਹੋਵੇ। ਤਾਂ ਉਸਨੇ ਡਾਕਟਰ ਰੱਖੇ ਹੋਏ ਸਨ। ਉਹ ਖਾਣਾ ਖਾਵੇ, ਡਾਕਟਰ ਉਸ ਨੂੰ ਉਲਟੀ ਕਰਵਾ ਦੇਣ, ਉਲਟੀ ਕਰਕੇ ਉਹ ਫਿਰ ਖਾਣੇ ਵਿੱਚ ਜੁਟ ਜਾਵੇ। ਜਿਵੇਂ ਹੀ ਖਾਣਾ ਪੂਰਾ ਹੋਵੇ, ਡਾਕਟਰ ਉਹਨੂੰ ਦਵਾਈ ਦੇ ਕੇ ਫਿਰ ਉਲਟੀ ਕਰਵਾ ਦਿੰਦੇ ਸੀ, ਫਿਰ ਖਾਣੇ ਵਿੱਚ ਜੁਟ ਜਾਂਦਾ ਸੀ। ਤੁਸੀਂ ਕਹੋਗੇ ਉਹ ਆਦਮੀ ਪਾਗਲ ਸੀ, ਪਰ ਤੁਸੀਂ ਪਾਓਗੇ ਇਸੇ ਤਰ੍ਹਾਂ ਦਾ ਪਾਗਲਪਨ ਘੱਟ ਜ਼ਿਆਦਾ ਮਿਕਦਾਰ ਵਿੱਚ ਲੋਕਾਂ ਦੇ ਜੀਵਨ ਵਿੱਚ ਹੈ। ਕਿਸੇ ਨੂੰ ਅੱਖ ਦਾ ਨਸ਼ਾ ਹੈ, ਬਸ ਉਹ ਸੁੰਦਰਤਾ ਦੀ ਭਾਲ ਵਿੱਚ ਘੁੰਮਦਾ ਹੈ, ਦਰ ਠੋਕਰਾਂ ਖਾ ਰਿਹਾ ਹੈ। ਕੋਈ ਸੁੰਦਰ ਚਿਹਰਾ, ਕੋਈ ਸੋਹਣਾ ਸਰੀਰ ਵਿਖਾਈ ਪੈ ਜਾਵੇ, ਉਸੇ ਮਗਰ ਤੁਰ ਪੈਂਦਾ। ਅੱਖਾਂ ਦੀ ਮੰਨ ਕੇ ਉਹ ਮਗਰ ਤੁਰ ਪੈਂਦਾ। ਅੱਖ ਦੀ ਮੰਨ ਕੇ ਜੇਕਰ ਤੁਰੇ ਤਾਂ ਤੁਸੀਂ ਅੰਨੇ ਹੋਵੋਗੇ, ਕਿਉਂਕਿ ਅੱਖ ਅਸਲੀ ਵੇਖਣ ਵਾਲਾ ਤੱਤਵ ਨਹੀਂ ਹੈ। ਅੱਖ ਤਾਂ ਸਿਰਫ ਝਰੋਖਾ ਹੈ, ਖਿੜਕੀ ਹੈ। ਉਸ ਤੋਂ ਜਿਹੜਾ ਝਾਕਦਾ ਹੈ ਉਹ ਕੋਈ ਹੋਰ ਹੈ। ਖਿੜਕੀ ਤੋਂ ਨਾ ਪੁੱਛੋ, ਝਾਕਣ ਵਾਲੇ ਤੋਂ ਪੁੱਛੋ। ਇੰਦਰੀਆਂ ਤਾਂ ਝਰੋਖੇ ਹਨ। ਕੋਈ ਸੰਗੀਤ ਵਿੱਚ ਦੀਵਾਨਾ ਹੈ, ਬਸ ਉਹਨੂੰ ਧੁੰਨ ਦਾ ਨਸ਼ਾ ਚੜਿਆ ਹੋਇਆ ਹੈ। ਕੋਈ ਸਰੀਰ ਦੇ ਬਣਾਓ ਸ਼ਿੰਗਾਰ ਵਿੱਚ ਰੁੱਝਿਆ ਪਿਆ ਹੈ, ਕੋਈ ਸਪਰਸ਼ ਦਾ ਦੀਵਾਨਾ ਹੈ, ਕੋਈ ਗੰਧ ਦਾ ਦੀਵਾਨਾ ਹੈ, ਪਰ ਸਾਰੇ ਇੰਦਰੀਆਂ ਦੇ ਦੀਵਾਨੇ ਹਨ, ਨੌਕਰਾਂ ਦੀ ਮੰਨ ਕੇ ਚੱਲ ਰਹੇ ਹਨ। ਮਾਲਿਕ ਤੋਂ ਪੁੱਛੋ, ਮਾਲਿਕ ਕੌਣ ਹੈ ਸਾਰੀਆਂ ਇੰਦਰੀਆਂ ਦਾ, ਜਿਸ ਦੇ ਹਟਦੇ ਹੀ ਇੰਦਰੀਆਂ ਵਿਅਰਥ ਹੋ ਜਾਂਦੀਆਂ ਨੇ। ਅਜਿਹਾ ਹੋਇਆ ਕਿ 1910 ਵਿੱਚ ਕਾਸ਼ੀ ਦੇ ਨਰੇਸ਼ ਦਾ ਆਪਰੇਸ਼ਨ ਹੋਇਆ। ਆਪਰੇਸ਼ਨ ਅਪੈਂਡਿਕਸ ਦਾ ਸੀ। ਤਾਂ ਉਹਨਾਂ ਨੇ ਕਿਹਾ, ਮੈਂ ਕਸਮ ਲਈ ਹੋਈ ਹੈ, ਮੈਂ ਬੇਹੋਸ਼ੀ ਦੀ ਕੋਈ ਦਵਾਈ ਨਹੀਂ ਲਵਾਂਗਾ, ਕਦੇ ਕੋਈ ਨਸ਼ਾ ਨਹੀਂ ਕਰਾਂਗਾ, ਇਸ ਲਈ ਮੈਂ ਕੋਈ ਅਨੇਸਥੇਸੀਆ ਮੈਂ ਨਹੀਂ ਲੈ ਸਕਦਾ। ਤੁਸੀਂ ਆਪਰੇਸ਼ਨ ਕਰ ਦਿਓ, ਪਰ ਬਿਨਾਂ ਕਿਸੇ ਬੇਹੋਸ਼ੀ ਦੀ ਦਵਾਈ ਦਿੱਤੇ, ਪਰ ਹੋਸ਼ ਮੈਂ ਨਹੀਂ ਗਵਾਵਾਂਗਾ। ਡਾਕਟਰ ਨੇ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਇਹ ਕੋਈ ਛੋਟਾ ਮੋਟਾ ਕੰਡਾ ਤਾਂ ਕੱਢਣਾ ਨਹੀਂ, ਇਹ ਤਾਂ ਪੂਰੀ ਚੀਰ ਫਾੜ ਹੈ ਪੇਟ ਦੀ।
ਹੱਡੀ ਵੱਢੀ ਜਾਵੇਗੀ, ਕਈ ਘੰਟੇ ਲੱਗਣਗੇ। ਪਰ ਕਾਸ਼ੀ ਨਰੇਸ਼ ਨੇ ਕਿਹਾ, ਤੁਸੀਂ ਉਹਦੀ ਫਿਕਰ ਨਾ ਕਰੋ, ਮੈਨੂੰ ਮੇਰੀ ਗੀਤਾ ਪੜ੍ਹਨ ਨੂੰ ਦੇ ਦਿਓ, ਮੈਂ ਆਪਣੀ ਗੀਤਾ ਪੜ੍ਹਦਾ ਰਹਾਂਗਾ, ਤੁਸੀਂ ਆਪਰੇਸ਼ਨ ਕਰੋ। ਕੋਈ ਹੋਰ ਉਪਾਅ ਨਹੀਂ ਸੀ। ਜੇਕਰ ਆਪਰੇਸ਼ਨ ਨਾ ਕੀਤਾ ਜਾਵੇ ਤਾਂ ਮੌਤ ਹੋ ਜਾਣੀ ਸੀ, ਪਰ ਖਤਰਾ ਮੁੱਲ ਲੈਣਾ ਹੀ ਠੀਕ ਲੱਗਿਆ ਉਹਨਾਂ ਨੂੰ। ਇੱਕ ਸੰਭਾਵਨਾ ਸੀ ਕਿ ਇਸ ਨਾਲ ਸ਼ਾਇਦ ਆਦਮੀ ਬਚ ਜਾਵੇ। ਕਾਸ਼ੀ ਨਰੇਸ਼ ਗੀਤਾ ਦਾ ਪਾਠ ਕਰਦੇ ਰਹੇ, ਆਪਰੇਸ਼ਨ ਹੁੰਦਾ ਰਿਹਾ। ਆਪਰੇਸ਼ਨ ਪੂਰਾ ਹੋ ਗਿਆ, ਡਾਕਟਰ ਹੈਰਾਨ ਹੋ ਗਏ, ਸੰਭਵ ਕਿਵੇਂ ਹੋਇਆ, ਇੰਨੀ ਦਰਦ ਹੋਈ ਹੋਵੇਗੀ। ਪਰ ਕਾਸ਼ੀ ਨਰੇਸ਼ ਨੇ ਕਿਹਾ ਕਿ ਮੈਨੂੰ ਪਤਾ ਵੀ ਨਹੀਂ ਲੱਗਿਆ, ਕਿਉਂਕਿ ਮੇਰਾ ਧਿਆਨ ਤਾਂ ਗੀਤਾ ਵਿੱਚ ਲੱਗਿਆ ਹੋਇਆ ਸੀ। ਪਤਾ ਤਾਂ ਧਿਆਨ ਨਾਲ ਲੱਗਦਾ ਹੈ। ਜੇਕਰ ਤੁਹਾਡਾ ਧਿਆਨ ਬਦਲ ਜਾਏ, ਤੁਹਾਨੂੰ ਜੋ ਜੋ ਪਤਾ ਲੱਗਦਾ ਹੈ ਉਹ ਬਦਲ ਦਿੱਤਾ ਜਾਵੇ। ਪਤਾ ਧਿਆਨ ਨਾਲ ਲੱਗਦਾ ਹੈ, ਤੁਹਾਨੂੰ ਉਹ ਵਿਖਾਈ ਦਿੰਦਾ ਹੈ ਜਿਸ ਪਾਸੇ ਤੁਸੀਂ ਧਿਆਨ ਦਿੰਦੇ ਹੋ। ਜਿਸ ਪਾਸੇ ਤੁਸੀਂ ਧਿਆਨ ਨਹੀਂ ਦਿੰਦੇ ਉਹ ਤੁਹਾਨੂੰ ਦਿਖਾਈ ਨਹੀਂ ਦਿੰਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਸੋ ਅੱਜ ਇੰਨਾ ਹੀ। ਜੇਕਰ ਤੁਹਾਨੂੰ ਇਹ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸੋ ਧੰਨਵਾਦ ਜੀ, ਤੁਸੀਂ ਇਹਨਾਂ ਪ੍ਰਵਚਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਸੁਣਦੇ ਹੋ। ਕੱਲ੍ਹ ਤੱਕ ਬਾਏ ਬਾਏ ਜੀ।